ਨਾਮ ਮਹਾਰਸ ਕੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰਭਵਾਸ ਮਹਿ ਨਹੀਂ ਜਾਤੀ। ਇਸ ਪੰਕਤੀ ਦੇ ਅਰਥ ਆਪਾਂ ਪਿਛਲੇ ਭਾਗ ਵਿੱਚ ਸਮਝਣ ਦਾ ਯਤਨ ਕੀਤਾ ਸੀ ਕਿ ਇਹ ਗੁਰਬਾਣੀ ਦਾ ਪੰਡਿਤ ਜਾਂ ਕਿਸੇ ਦੇ ਧਰਮ ਤੇ ਹਮਲਾ ਨਹੀਂ ਹੈ। ਕਬੀਰ ਸਾਹਿਬ ਪੰਡਿਤ ਨੂੰ ਉਹਦੇ ਹੀ ਗ੍ਰੰਥਾਂ 'ਚੋਂ ਸਮਝਾਉਂਦੇ ਨੇ ਕਿ ਪੰਡਿਤ ਤੂੰ ਕਿਵੇਂ ਨਿਰਧਾਰਿਤ ਕਰੇਗਾ ਜਾਤ ਔਰ ਪਾਤ ਨੂੰ, ਕਿਉਂਕਿ ਤੇਰੇ ਗ੍ਰੰਥਾਂ ਦੇ ਮੁਤਾਬਿਕ ਤੇ ਚਾਤੁਰ ਵਰਣਿਆ ਮਇਆ ਸ੍ਰਿਸ਼ਟਮ ਗੁਰਮ ਕਰਮ ਵਿਭਾਗਸ਼, ਚਾਰੋਂ ਜਿਹੜੇ ਵਰਣ ਨੇ ਇਹ ਕਰਮ ਦੇ ਆਧਾਰ ਤੇ ਵੰਡੇ ਜਾਂਦੇ ਨੇ। ਤੇਰੇ ਗ੍ਰੰਥ ਕਹਿ ਰਹੇ ਨੇ ਕਿ ਸ਼ੁੱਧ ਜਨਮਨਾ ਜਾਏ ਤੇ ਸ਼ੂਦਰ ਸੰਸਕਾਰਾ ਦੂਜੇ ਉੱਚੇ ਤੇ ਕਿ ਹਰ ਗਰਭ ਚੋਂ ਪੈਦਾ ਹੋਣ ਵਾਲਾ ਬੱਚਾ ਸ਼ੂਦਰ ਹੀ ਹੁੰਦਾ ਹੈ, ਘੱਟ ਅਕਲ ਹੁੰਦਾ ਹੈ। ਉਹਦੇ ਕਰਮ ਉਹਦੇ ਸੰਸਕਾਰ ਨਿਰਧਾਰਿਤ ਕਰਦੇ ਨੇ ਕਿ ਉਹ ਬ੍ਰਾਹਮਣ ਬਣੇਗਾ, ਕਿ ਖੱਤਰੀ ਬਣੇਗਾ, ਕਿ ਵੈਸ਼ ਬਣੇਗਾ, ਕਿ ਸ਼ੂਦਰ ਬਣੇਗਾ। ਫਿਰ ਤੂੰ ਕਿਸ ਆਧਾਰ ਤੇ ਬ੍ਰਾਹਮਣ ਬਣ ਕੇ ਬੈਠਾ ਹੋਇਆ? ਇਹਨਾਂ ਜਾਤਾਂ ਪਾਤਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਹੈ? ਗਰਭਵਾਸ ਮਹਿ ਨਹੀਂ ਜਾਤੀ। ਪਿਛਲੀ ਵਾਰੀ ਇਹ ਕਥਾ ਸੁਣ ਕੇ ਇੱਕ ਸੱਜਣ ਦਾ ਫੋਨ ਆਇਆ, ਬੜਾ ਭਾਵੁਕ ਸੀ। ਉਹ ਕਹਿੰਦਾ ਸਾਰਾ ਸਮਝ ਤੇ ਆ ਗਿਆ ਹੈ, ਮੰਨਣ ਨੂੰ ਦਿਲ ਵੀ ਕਰਦਾ ਹੈ, ਇੱਕ ਭਰਮ ਵੀ ਟੁੱਟ ਗਿਆ ਕਿ ਅਸੀਂ ਤੇ ਬ੍ਰਾਹਮਣ ਨੂੰ ਜਾਤਾਂ ਪਾਤਾਂ ਦਾ ਧਾਰ ਨਹੀਂ ਕਹਿ ਕੇ ਤੇ ਗਾਲਾਂ ਕੱਢਦੇ ਰਹੇ, ਪਰ ਜਾਤ ਪਾਤ ਦੇ ਵਿੱਚ ਅਸੀਂ ਖੁਦ ਫਸੇ ਹੋਏ ਹਾਂ। ਉਹ ਕਹਿੰਦਾ ਜੇ ਮੈਂ ਚਾਹਾਂ ਵੀ ਤੇ ਆਪਣੀ ਬੇਟੀ ਦਾ ਵਿਆਹ, ਆਪਣੀ ਭਤੀਜੀ ਭਾਂਜੀ ਦਾ ਵਿਆਹ ਕਿਸੇ ਛੋਟੀ ਜਾਤ ਵਿੱਚ ਨਹੀਂ ਕਰ ਸਕਦਾ। ਮੇਰੇ ਸੰਸਕਾਰ ਕੈਸੇ ਬਣ ਚੁੱਕੇ ਨੇ, ਮੈਂ ਗੁਰਬਾਣੀ ਵੀ ਨਹੀਂ ਮੰਨ ਸਕਦਾ। ਮੈਂ ਕਿਹਾ ਸੱਜਣਾ ਗਲਤੀ ਤੇਰੀ ਨਹੀਂ ਹੈ, ਜਿਸ ਸਮਾਜ ਦੇ ਵਿੱਚ ਤੈਨੂੰ ਵੱਡਿਆਂ ਕੀਤਾ ਗਿਆ ਹੈ, ਜਿਹੜੀ ਤੇਰੀ ਅਪਬ੍ਰਿੰਗਿੰਗ ਹੈ ਉਹ ਠੀਕ ਨਹੀਂ ਹੋਈ। ਇਹ ਤੇਰਾ ਇਕੱਲੇ ਦਾ ਕਸੂਰ ਨਹੀਂ, ਸਾਰਾ ਸਿੱਖ ਸਮਾਜ ਹੀ ਅੱਜ ਵਿਗੜਿਆ ਹੋਇਆ ਹੈ। ਜਦੋਂ ਵੀ ਕੋਈ ਐਸੀ ਪੰਕਤੀ ਆਉਂਦੀ ਅਸੀਂ ਪੰਡਿਤ ਪੰਡਿਤ ਕਹਿ ਕੇ ਤੇ ਹਿੰਦੂ ਹਿੰਦੂ ਕਹਿ ਕੇ ਤੇ ਰੌਲਾ ਪਾਉਂਦੇ, ਬ੍ਰਾਹਮਣ ਬ੍ਰਾਹਮਣ ਕਹਿ ਕੇ ਤੇ ਮਜ਼ਾਕ ਉਡਾਉਂਦੇ ਹਾਂ। ਪਰ ਅੱਜ ਫਰਕ ਤੇ ਦੋਨਾਂ ਦੇ ਵਿੱਚ ਕੋਈ ਨਹੀਂ ਹੈ। ਅੱਜ ਉਹ ਪੰਡਿਤ ਵੀ ਜਾਤ ਪਾਤ ਨੂੰ ਮੰਨਦਾ ਹੈ ਔਰ ਸਿੱਖ ਵੀ ਜਾਤ ਪਾਤ ਨੂੰ ਮੰਨਦਾ ਹੈ। ਸਿੱਖਾਂ ਦੇ ਵਿੱਚ ਵੀ ਦਿੱਕਤ ਹੈ ਨਾ। ਅੱਜ ਕਥਿਤ ਬਣੀਆਂ ਹੋਈਆਂ ਜਾਤਾਂ ਦੂਸਰੇ ਛੋਟੀਆਂ ਸਮਝਦੀਆਂ ਨੇ, ਫਿਰ ਦੋਨਾਂ 'ਚ ਫਰਕ ਕਿੱਥੇ ਹੈ? ਅੱਜ ਅਗਰ ਕਹਿੰਦੇ ਨੇ ਕਿ ਸਿੱਖ ਹਿੰਦੂ ਹੀ ਨੇ ਤੇ ਜਿਹੜੇ ਜਾਤਾਂ ਪਾਤਾਂ ਵਿੱਚ ਫਸੇ ਹੋਏ ਨੇ ਉਹ ਹਿੰਦੂ ਹੀ ਨੇ, ਫਰਕ ਕਿੱਥੇ ਦੋਨਾਂ ਦੇ ਵਿੱਚ? ਜਦਕਿ ਕਬੀਰ ਸਾਹਿਬ ਸਮਝਾਉਂਦੇ ਨੇ ਪੰਡਿਤ ਨੂੰ ਕਿ ਪੰਡਿਤ ਤੇਰਾ ਗ੍ਰੰਥ ਕਹਿ ਰਿਹਾ ਹੈ ਗਰਭਵਾਸ ਮਹਿ ਨਹੀਂ ਜਾਤੀ। ਤੇਰਾ ਵੀ ਤੇ ਗ੍ਰੰਥ ਇਹੋ ਕਹਿ ਰਿਹਾ ਨਾ, ਫਿਰ ਤੂੰ ਕਿਸ ਆਧਾਰ ਤੇ ਜਾਤ ਪਾਤ ਬਣਾਈ ਹੈ? ਪਰ ਜਿਵੇਂ ਅੱਜ ਹਿੰਦੂ ਸਮਾਜ ਜਾਤਾਂ ਪਾਤਾਂ 'ਚ ਫਸਿਆ ਹੋਇਆ, ਆਪਣੇ ਗ੍ਰੰਥਾਂ ਤੋਂ ਮੁਨਕਰ ਹੈ, ਸਿੱਖ ਸਮਾਜ ਵੀ ਤੇ ਆਪਣੀ ਜਾਤਾਂ ਪਾਤਾਂ 'ਚ ਫਸਿਆ ਆਪਣੇ ਗ੍ਰੰਥਾਂ ਤੋਂ ਮੁਨਕਰ ਹੈ। ਗੱਲ ਬੜੀ ਕੌੜੀ ਹੈ, ਮੰਨਣੀ ਮੁਸ਼ਕਿਲ ਹੈ, ਪਰ ਸੱਚੇ ਮਨ ਨਾਲ ਦੇਖੋਗੇ ਤਾਂ ਸਭ ਸਮਝ ਆਏਗਾ ਕਿ ਸਿੱਖ ਵੀ ਗੁਰਬਾਣੀ ਓਨੀ ਕੁ ਮੰਨਦਾ ਜਿੰਨੀ ਕੁ ਉਹਨੂੰ ਫੱਬਦੀ ਹੈ, ਜਿੰਨੀ ਕੁ ਉਹਨੂੰ ਚੰਗੀ ਲੱਗਦੀ ਹੈ। ਇਸੇ ਵਿਸ਼ੇ ਤੇ ਇੱਕ ਆਪਣੇ ਸੱਜਣ ਨੂੰ ਸਮਝਾਉਂਦੇ ਆ ਇੱਕ ਐਸਾ ਪ੍ਰਮਾਣ ਦੇ ਦਿੱਤਾ ਕਿ ਉਹ ਬਹਿਸ ਵਿੱਚ ਫਸ ਗਿਆ ਔਰ ਸਾਰਾ ਜਿਹੜਾ ਅੱਜ ਤੱਕ ਫੋਨ ਦੁਬਾਰਾ ਆਇਆ। ਉਹਦਾ ਦਾਅਵਾ ਸੀ ਕਿ ਸਾਰੀ ਬਾਣੀ ਮੰਨਦੇ ਨਹੀਂ, ਕੋਈ ਵੀ ਸਿੱਖ ਸਾਰੀ ਗੁਰਬਾਣੀ ਮੰਨ ਹੀ ਨਹੀਂ ਸਕਦਾ। ਆਤਮ ਸਮਰਪਣ ਕਰਨਾ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ। ਇਹ ਤੇ ਹੈਨ ਵੇਲੇ ਨਹੀਂ ਘਣੇ ਫੈਲ ਫੱਕੜ ਸੰਸਾਰ। ਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਸੀ ਨਾ ਕਹਿਤਾ ਕਿ ਖੰਨਿਓ ਤਿੱਖੀ ਵਾਲੋ ਨਿੱਕੀ, ਕਿਉਂਕਿ ਲੋਗਾ ਰੀ ਤਿਆਗਣੀ ਇਹ ਆਸਾਨ ਕੰਮ ਨਹੀਂ ਹੈ। ਹਉਮੈ ਪ੍ਰੀਤ ਤੇ ਹੋਰ ਦੂਰ ਦੀ ਗੱਲ ਹੈ। ਔਰ ਜਦ ਕੋਈ ਵਿਕਾਰ ਧਰਮ ਦਾ ਬਾਣਾ ਪਾਉਂਦਾ ਨਾ ਤੇ ਉਹਨੂੰ ਹਟਾਉਣਾ ਹੋਰ ਔਖਾ ਹੋ ਜਾਂਦਾ ਹੈ। ਆਪਾਂ ਇੱਕ ਪ੍ਰਕਾਰ ਦੇ ਅਰਥ ਪੜ੍ਹੇ ਸੀ, ਗਰਭਵਾਸ ਮਹਿ ਨਹੀਂ ਜਾਤੀ।
ਵੀ ਜਿਨ੍ਹਾਂ ਸ਼ਾਸਤਰਾਂ ਜਿਨ੍ਹਾਂ ਗ੍ਰੰਥਾਂ ਦੇ ਆਧਾਰ ਤੇ ਪੰਡਿਤ ਨੇ ਜਾਤ ਪਾਤ ਦੀ ਵੰਡ ਕੀਤੀ ਹੈ, ਉਹ ਗ੍ਰੰਥ ਤੇ ਮੰਨਦੇ ਨਹੀਂ ਪੰਡਿਤ ਦੀ ਵੰਡ ਨੂੰ। ਉਹਨਾਂ ਦਾ ਵਿਧਾਨ ਤੇ ਕਰਮ ਤੇ ਨਿਰਧਾਰਿਤ ਹੈ ਨਾ। ਤੇ ਜਿਹੜੇ ਸਿੱਖ ਵੀ ਅਜਾਤਾ ਪਤਾ 'ਚ ਫਸੇ ਨੇ, ਫਿਰ ਉਹ ਵੀ ਅਜਾਤਾ ਪਤਾ ਪੰਡਤ ਦੀਆਂ ਬਣਾਈਆਂ ਮੰਨਦੇ ਨੇ, ਤੇ ਪੰਡਿਤ ਆਪਣੇ ਗ੍ਰੰਥ ਤੋਂ ਮੁਨਕਰ, ਫਿਰ ਤੁਸੀਂ ਕਿੱਥੇ ਜਾਓਗੇ? ਜਿਹਦੇ ਆਸਰੇ ਤੁਸੀਂ ਜਾਤ ਪਾਤ ਮੰਨ ਕੇ ਬੈਠੇ ਹੋ, ਉਹਦਾ ਤੇ ਗ੍ਰੰਥ ਹੀ ਮੁਨਕਰ ਨੇ ਉਸ ਨਾਲ ਜਾਤਾਂ ਪਾਤਾਂ ਦੇ ਵਿਧਾਨ ਤੋਂ, ਫਿਰ ਸਿੱਖ ਕਿੱਥੇ ਜਾਏਗਾ? ਬੜੀ ਵੱਡੀ ਗਲਤੀ ਕਰਦੇ ਹਾਂ ਜਦ ਅਸੀਂ ਕਹਿੰਦੇ ਸਿੱਖ ਹਾਂ। ਸਿੱਖ ਨਹੀਂ ਆ, ਸਿੱਖ ਹੋਣਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ। ਜਦ ਤੇਰੇ ਬੰਧਨ ਕੱਟੇਗੇ ਨਾ ਸਾਰੇ ਸੰਸਾਰ ਦੇ, ਸਾਰੇ ਵਿਕਾਰਾਂ ਦੇ, ਸਾਰੇ ਭਰਮਾਂ ਦੇ, ਦੁਤੀਆ ਭਾਵ ਦੇ, ਫਿਰ ਜਾ ਕੇ ਤੂੰ ਸਿੱਖ ਹੋਣਾ ਹੈ। ਅਜੇ ਜਿਵੇਂ ਬ੍ਰਾਹਮਣੀ ਦੇ ਪੇਟ 'ਚੋਂ ਜਨਮਿਆ ਹੋਇਆ ਬੱਚਾ ਬ੍ਰਾਹਮਣ ਨਹੀਂ, ਫਿਰ ਸਿੱਖ ਦੇ ਪੇਟ 'ਚੋਂ ਜਨਮਿਆ ਹੋਇਆ ਬੱਚਾ ਸਿੱਖ ਦਾ ਕਿੱਦਾਂ? ਸਿੱਖ ਹੋਣਾ ਬਹੁਤ ਮੁਸ਼ਕਿਲ ਹੈ। ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਤੁਮਾਰਾ ਜਾਣਾ। ਪਰ ਇਹੀ ਗੱਲ ਸਮਝਣੀ ਔਖੀ ਹੈ, ਇਹੋ ਗੱਲ ਮੰਨਣੀ ਔਖੀ ਹੈ। ਜਿਹੜੇ ਪੰਡਿਤ ਦੇ ਵਰਣ ਵੰਡ ਨੂੰ ਮੰਨ ਕੇ ਅਸੀਂ ਵੀ ਉਸ ਗੰਢ 'ਚ ਫਸੇ, ਜਿਹਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਕਲਗੀਧਰ ਪਿਤਾ ਤੱਕ ਬਹੁਤ ਜ਼ੋਰ ਲੱਗਾ ਹੈ ਸਾਨੂੰ ਕੱਢਣ ਵਾਸਤੇ, ਪਰ ਨਿਕਲ ਨਹੀਂ ਸਕੇ। ਅਸੀਂ ਤੇ ਉਹ ਅੰਮ੍ਰਿਤ ਹੀ ਵੰਡ ਕੇ ਰੱਖਦਾ ਜਿਹੜਾ ਅੰਮ੍ਰਿਤ ਸਾਨੂੰ ਇੱਕ ਕਰ ਸਕਦਾ ਸੀ। ਸਰੋਵਰ ਇਸ਼ਨਾਨ, ਲੰਗਰ ਦੇ ਵਿੱਚ ਖਾਣ ਪਾਨ, ਇਹ ਵੀ ਇਸ ਵਿਵਸਥਾ ਨੂੰ ਖਤਮ ਕਰਨ ਵਾਸਤੇ ਸੀ। ਜਦ ਇੱਕੋ ਜਲ ਦੇ ਅੰਦਰ ਦੋਵੇਂ ਪੁਰਖ ਇਸ਼ਨਾਨ ਕਰਨਗੇ ਤਾਂ ਭੇਦਭਾਵ ਮਿਟੇਗਾ। ਇੱਕੋ ਪੰਕਤੀ 'ਚ ਸਾਰੇ ਬੈਠਣਗੇ ਤਾਂ ਭੇਦਭਾਵ ਮਿਟੇਗਾ, ਪਰ ਮਿਟਿਆ ਨਹੀਂ। ਤਾਂ ਹੀ ਤਾਂ ਅੱਜ ਸਿੱਖ ਧੱਕੇ ਖਾ ਰਿਹਾ ਹੈ। जब एक गहे विप्रन की रीत मैं ना करूँ इनकी प्रतीत, जब सिखा तो विप्रन की रीता तुर पेगा ना, तो मैं तेरा भरोसा नहीं करांगा। तू तो लोभी हो गया, तू तो हंकारी हो गया जाता पातां दे विच, मैं तेरा भरोसा किवें करा? तां ही तो अजे छित्र खा रहे हैं थां थां तो। हिंदुस्तान के राजे होने के बावजूद भी एक छोटे ਜਿਹੇ टुकड़े वास्ते धक्के खा रहे हैं। औखी गुरबाणी मनना सौखा नहीं है। सिख होना बड़ी वड्डी प्रीख्या। प्रथमे त्यागी लोगा रीत त्यागनी पैनी है सिख होने वास्ते। गुरु अंगद दे पातशाह नूं दे दलदल च उतरना पिया सी, मुर्दा तां खां नूं हां करनी पई सी। ये वड्डियां प्रीख्यावां ने, छोटियां नहीं ने। मुर्दा सब तो घृणित चीज़ है संसार दी। बंदा मरदा होया कुछ भी खाएगा, मुर्दा नहीं खाएगा। पर सिख होना है तो वह भी खावे। खान का भाव घृणा ना करे, उस घृणित चीज़ तो भी घृणा ना करे। सिख वो जो किसी भी चीज़ तो घृणा ना करे। सिख वो जो किसी भी चीज़ तो नफरत ना करे। वो सिख सम कर जाने, चाहे मिट्टी होवे चाहे सोना होवे। इतनी समता जब नज़र दे विच उतरेगी तां जाके सिख होवांगे। जिवें अघोर मत है, वो मुर्दा ढिड खाने वास्ते नहीं भरते, वो मुर्दा खांदे ने ताकि मन दे विच किते घृणा दा पिया होया बीज भी नाश हो सके, सहज मत विच आ सके। पढ़ो ग्रंथ विवेक सर उन्हां दा। सो जिहड़ी गल कबीर साहब पंडित नूं समझा रहे ने, अज कबीर साहब उही गल सानूं भी समझाउंदे जे असीं हुंदे ते। कबीर साहब अज साडे सामने हुंदे ते इह कह सिखा, गर्भवास में कुल नहीं जाती, ब्रह्म बिंद ते सब उत्पत्ति। एक अर्थ असी देखे सी कि माता दे गर्भ दे विच बच्चा की बनेगा, ब्राह्मण बनेगा, क्षत्रिय बनेगा, वैश्य बनेगा कि शूद्र बनेगा, नहीं किया जा सकता। वो कर्म निर्धारित करनगे। अगर जात पात मननी है पंडित जी, तो कर्म दे उत्ते निर्धारित है की कर्म है। अज कर्म सारे दे अड अड होए पे ने, पर जातां उत्थे खलोतियां ने। जे कर्म नीच करते ने, कर्म ऊच करते हैं, पर साड़ियां जातां ते उत्थे खलोतियां ने।
ਜੇ ਚੰਮ ਦਾ ਕੰਮ ਕਰਨ ਵਾਲਾ ਮਾੜਾ ਹੈ ਤੇ ਵੱਡੀਆਂ ਵੱਡੀਆਂ ਸ਼ੂ ਕੰਪਨੀਆਂ ਤੇ ਚੰਮ ਦੇ ਕੰਮ ਕਰਨ ਵਾਲਿਆਂ ਦੀਆਂ ਨੇ, ਫਿਰ ਉਹ ਤੇ ਬੜੇ ਕਾਮਯਾਬ ਨੇ ਸੰਸਾਰ ਦੇ ਵਿੱਚ। ਅਗਰ ਜ਼ਮੀਨ ਦਾ ਕੰਮ ਕਰਨ ਵਾਲਾ ਉੱਚਾ ਹੈ ਤੇ ਜੇ ਫਾਂਸੀਆਂ ਲੈ ਰਿਹਾ ਹੈ, ਨਸ਼ਿਆਂ ਦੇ ਵਿੱਚ ਹੈ, ਕਰਜ਼ੇ ਦੇ ਵਿੱਚ ਹੈ, ਇਹ ਕਿਵੇਂ ਨਿਰਧਾਰਿਤ ਕਰਾਂਗੇ ਕੌਣ ਉੱਚਾ ਹੈ ਤੇ ਕੌਣ ਨੀਚਾ ਹੈ? ਕੌਣ ਨਿਰਧਾਰਿਤ ਕਰੇਗਾ? ਜਿਹਦੇ ਗ੍ਰੰਥਾਂ ਦੇ ਆਧਾਰ ਤੇ ਜਾਤ ਪਾਤ ਬਣਾਈ ਸੀ, ਉਹਦੇ ਗ੍ਰੰਥ ਖੁਦ ਕਹਿੰਦੇ ਨੇ ਕਿ ਚਾਤੁਰ ਵਰਣੇ ਮੈਂ ਸਿਸਟਮ ਗੁਣ ਕਰਮ ਵਿਭਾਗਸ਼ਾ, ਕਿ ਗਰਭ ਦੇ ਵਿੱਚ ਬੱਚੇ ਦੀ ਜਾਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਵੱਡਾ ਹੋ ਕੇ ਕਿਸ ਵਰਣ ਕਿਸ ਹਿੱਸਾ ਬਣੇਗਾ, ਇਹ ਕੀ ਬਣੇਗਾ। ਸ਼ੂਦਰੋ ਬ੍ਰਾਹਮਣਤਾਮ ਇਤੀ ਬ੍ਰਾਹਮਣ ਸੀ ਇਤੀ ਸ਼ੂਦਰਤਾਮ। ਅਸੀਂ ਪਿਛਲੇ ਭਾਗ ਸਮਝੀ ਸੀ ਗੱਲ कि ब्राह्मण ज्ञान नहीं लेगा तो शूद्र हो जाएगा, और शूद्र ज्ञान लेगा तो ब्राह्मण हो जाएगा। ये तो विधान है। फिर किवें टुटेगी जिंदगी? एक अर्थ असीं समझे सी कि माता दे गर्भ दे विचों बच्चे दी वरण दा उहदी जात दा अंदाज़ा नहीं लाया जा सकता। जो विधान बनाया धर्म ने। दूसरे अर्थ ये ने कि गर्भवास मह कुल नहीं जाती, ब्रह्म बिंद ते सब उत्पत्ति। जब ब्रह्म बिंद ते सब उत्पत्ति की गल करांगे तो जिहड़ा गर्भ बन जाएगा वो राम गर्भ हो जाएगा। ऐसे कर हम बहुत बसाए जब ते राम गर्भ हो आए, कबीर साहब दा बचन है। घर कहते नहीं शरीर में, ऐसे कहते घर बड़े बसाए मैं जदों तो इस राम गर्भ, ये जो संसार है, ये जो ब्रह्मांड है, ये जो अवचेरा है, इन्हूं कबीर साहब ने राम गर्भ आख्या। जिवें माता दे गर्भ चों निकल के जन्म प्राप्त होंदा है, मनुख दे हुरिया मिलदी है, इसे तरह इस ब्रह्मांड दे विचों निकल के जो जन्म प्राप्त होना है। अजे जन्म नहीं लिया, अजे माता दे गर्भ चों निकले हैं, अजे ते राम गर्भ है जिहड़ा अवचेरा। ऐसे घर हम बहुत बसाए जब ते राम गर्भ होए आए, जिहदे बारे गुरबाणी ये भी कहती है कि कई जन्म भये कीट पतंगा, कई जन्म गज मीन कुरंगा। जे सारे इको ही राम गर्भ दे विच है, ब्रह्म बिंद ते सब उत्पत्ति। जिवें पिता दी बिंद तो बच्चा पैदा होंदा, इसी तरह उस ब्रह्म दी बिंद तो सारा संसार प्रगट होया है, होंद विच है। जिन्होंने कबीर साहब ये भी कहते हैं कि एक नूर ते सब जग उपजै, कौन भले को मंदे। कौन वड्डा है, कौन छोटा है, कौन चंगा है, कौन माड़ा है, सारा संसार तो उस एक नूर तो पैदा होया, उस ब्रह्म बिंद तो पैदा होया है। हिंदू तुर्क को राफजी इमाम साफी, मानस की जात सब एक के पहचान लो। कलगीधर पिता भी कह रहे हैं, पर सिखा तू मानदा पिया है कि साडा धर्म समाज इस गल नूं मन्नेगा कि साडियां संप्रदावां, साडे धड़े इस गल ते एकमत हो जाणगे जो गुरबाणी कह रही है। जद तक ये विप्रवादी विचारधारा तो बाहर नहीं निकलते, राज तो बहुत दूर की गल है, भुल जाओ। तो जिन्नियां मर्जी कुर्बानियां कर लो, जिन्नियां मर्जी शहादतां दे लो, जिन्नियां मर्जी जंगां कर लो, जो करना है कर लो, ये नहीं मिल सकता राज। क्योंकि कलगीधर दा बचन है, जब एक कहें विप्रन की रीत मैं न करूँ इनकी प्रतीत। पर बड़ा औखा है, संसार दी कार तो उलट चलना बड़ा औखा है। ब्रह्म बिंद ते सब उत्पत्ति। मनुख दा धर्म तो एको ही सी ना, नहीं तो यह किदां हो सकता है कि जो भारत विच है वह पश्चिम देश विच भी है, वह होरनां सभ्यतावां दे विच भी है। जे नरसिंह अवतार हिंदू शास्त्रां दे विच है ते मायन ट्रैडिशनस दे विच भी ते नरसिंह अवतार होंदा है ना, जिन्होंने मेथरे कहने। क्योंकि सानू पढ़ाया ही गया है, असी एक विशाल ग्रंथ नूं बहुत छोटी अख नाल वेखण दा यतन कीता। जद कलगीधर कहंदे ना कि नवों सूरज सूरजे, तो असी अर्थ की कर दिंदे आ
कि पंडित सूरज नूं देवता मनदा है, तो गुरु कलगीधर कहंदे ने कि असी उस सूरज दे भी सूरज नूं नमस्कार करदे जिहने सूरज नूं पैदा कीता है, सिर्फ पंडित नहीं मनदा। रोम दे विच सन गॉड है। देखो क्रिश्चियनिटी दे विच सूरज नूं देवता दे रूप च मन्निया जांदा है। जिहड़ा 4 इक्वल आर्म क्रॉस है, जिहड़ा तुसीं झंडे च विंदे हो बाइबल दियां च या क्रिश्चियनिटी दे विच चर्चां दे विच, वो की है? सूरज देवता है वो। फिर क्यों जो हिंदू मानदा है वो क्रिश्चियन भी मानदा है, और रोमेनियन भी मानदा है, वाइकिंग वाला भी मानदा है, नास्तिक मानते ने, सुमेरियंस मानते ने, इजिप्शियन मानते ने। धर्म तो एक ही है। जो मारे कि नमो चंद्र चंद्रे, तो असीं कहने कि पंडित दे चंद्रमा नूं पैदा करने वाले चंद्रमा तेनूं नमस्कार। असीं पंडित तक सीमित होकर रह गए हैं। जब मोजिस लीडर है ना अपनी कम्यूनिटी का, तो उस वक्त चंद्रमा नूं मन्निया जाता रब दे अवतार के रूप दे विच। लूनस कहंदे ने गॉडेस नूं, चंद्रमा गॉडेस नूं। जिहड़ा सिनेगॉग है इजराइल दे विच, ये चंद्रमा दा मंदिर नहीं तो होर की है। जब गुरु नानक साहब पुछदे ने धवले उपर केता पार, ते धरती दे उत्ते बलद दे ਸਿੰਘਾਂ ਦੀ धरती सिर्फ ब्राह्मण नहीं मनन दिया, इजराइल भी मान रहा है। वो एज किहड़ी चलन दी है वो देखो। जगह जगह दे उत्ते बलद की पूजा हो रही है हर धर्म दे विच। सो एक एज सारे संसार नूं चलाउंदी है। एक समा जो सारे संसार जिस समय चों निकलदा इकट्ठा ही निकलदा है। पर क्योंकि असीं जिस तों नफरत करते हैं, सानूं पता नहीं कि असीं भी उहदे वर्गे हैं। जे ब्राह्मण जात पात मंनदा तो असीं तो जात पात मंनदे हैं, पर नफरत करते हैं। इस करके असीं जिहड़ी गुरबाणी की पंक्ति है उत्ते ढुका के देखते हैं। असीं इस गुरु ग्रंथ साहिब महाराज जी नूं, इस विशाल जिहड़ा जगत गुरु असीं नूं समेट के छोटा कर लिया, सिर्फ ब्राह्मण तक सीमित करता असीं उहनूं। ऐसा नहीं है। गुरबाणी सारी कायनात नूं नज़रे इनायत बख्शती है। सारी कायनात, सारे धर्म, सारे ग्रंथ गुरु ग्रंथ साहिब की शरण में आके ही अपने मूल तक पहुँच सकते हैं, चाहे कोई भी हो। इन्हां उत्ते एक वक्री सीरीज़ बनावांगे, आपां अलग तरीके नाल समझावांगे सारा डिटेल दे विच। पर जब कबीर कहते हैं कि ब्रह्म बिंद ते सब उत्पाती ते सारी कायनात, जिवें गॉड्स पार्टिकल का जिक्र करते हैं, हिग्स बोसोन का जिक्र करते हैं साइंटिस्ट, सारी कायनात उस एक नूर तो पैदा हुई है। फिर कौन भले को मंदे? ना ते जात पात मात गर्भ दे विच मन्नी जाती है, ना ही जात पात इस राम गर्भ दे विच मन्नी जाती है। ऐसे कर हम बहुत बसाए जब ते राम गर्भ होया है। जे सारा संसार ही उस ब्रह्म बिंद तो उत्पत्त होया है, जे सारा संसार ही उस एक नूर तो पैदा होया है, फिर छोटा वड्डा किदां किन्ने कीता है? ऊच नीच किन्ने कीता है? किहड़ा पैदा हो गया जिहड़ा परमेश्वर तो भी वड्डा है? कौन है वो जिन्हें संसार का विधान बदल के रखता है? इस परमेश्वर का कौन है वो जिन्हें धर्म की परिभाषा ही बिगाड़ के रखती है? कौन है वो जिन्हें दसम पातशाह दे प्रगट किए हुए अमृत नूं भी हिस्सियां च वंड लिया? कौन है वो? एवें तो नहीं अज का नौजवान जिहड़ा है धर्म तो भगौड़ा है, एवें तो नहीं जिन्हों माड़ी जी अकल आउंदी नास्तिक हो जाता है। असल दे विच परमेश्वर तो धर्म तो कोई मुनकर नहीं है। जो भी मुनकर है वो धर्म की गलत परिभाषा तो मुनकर है। धर्म तो इतनी सुंदर चीज़ है, धारण करने वाली चीज़ है, ये तो मुनकर नहीं हो जा सकता। पर अपनी दुकानदारी चलाने वास्ते, अपने लालच दे विच
ਆਪਣੇ ਅਹੰਕਾਰ ਨੂੰ ਪੱਠੇ ਪਾਉਣ ਵਾਸਤੇ, ਆਪਣੀ ਪ੍ਰਭੁਤਾ ਨੂੰ ਵੱਡਾ ਕਰਨ ਵਾਸਤੇ। ਜੋ ਧਰਮ ਨੂੰ ਵਿਗਾੜਿਆ ਜਾਂਦਾ ਹੈ ਨਾ, ਇਹ ਨਾਸਤਿਕ ਉਸ ਧਰਮ ਦੇ ਉੱਤੋਂ ਇਹ ਮੁਨਕਰ ਨੇ। ਕੈਨੇਡਾ ਦੇ ਵਿੱਚ ਇੱਕ ਦਫਾ ਆ ਗਏ ਸੀ, ਚਰਚਾ ਕਰਨੀ ਹੈ, ਕਹਿੰਦੇ ਬੜਿਆਂ ਬੜਿਆਂ ਨੂੰ ਕਿਹਾ, ਕੋਈ ਆਉਂਦਾ ਨਹੀਂ ਹੈ, ਧਰਮ ਤੇ ਚਰਚਾ ਕਰਨੀ ਹੈ। ਸੀਗਾ ਠੀਕ ਹੈ, ਧਰਮ ਤੇ ਚਰਚਾ ਕਰਾਂਗੇ, ਪਰ ਚਰਚਾ ਅਸੀਂ ਉਹਦੇ ਨਾਲ ਕਰਾਂਗੇ ਜਿਹੜਾ ਸੰਪੂਰਨ ਤੌਰ 'ਤੇ ਨਾਸਤਿਕ ਹੋਵੇ, ਕਿਉਂਕਿ ਅਸੀਂ ਸੰਪੂਰਨ ਤੌਰ 'ਤੇ ਧਾਰਮਿਕ ਹਾਂ। ਕਹਿੰਦੇ ਹਾਂਜੀ ਹਾਂਜੀ ਅਸੀਂ ਨਾਸਤਿਕ। ਨਾਸਤਿਕ ਉਹ ਜਿਹਨੇ ਵਿਆਹ ਨਾ ਕੀਤਾ ਹੋਵੇ, ਬੱਚੇ ਪੈਦਾ ਕੀਤੇ ਹੋਣ, ਕਿਉਂਕਿ ਵਿਆਹ ਦੀ ਜਿਹੜਾ ਧਰਮ ਦੀ ਪ੍ਰਕਿਰਿਆ ਹੈ ਨਾ। ਨਾਸਤਿਕ ਉਹ ਜਿਹਦਾ ਬਾਪ ਮਰ ਗਿਆ ਹੋਵੇ, ਜਾਂ ਮਰ ਜੇ ਮਾਤਾ ਮਰ ਗਈ ਹੋਵੇ, ਜਾਂ ਮਰ ਜੇ ਪੁੱਤਰ ਮਰ ਜੇ, ਧੀ ਵਾਈਫ ਮਰ ਜੇ, ਕੋਈ ਵੀ ਮਰ ਜੇ, ਉਹ ਲਾਸ਼ ਨਾ ਐਸਾ ਕੁਛ ਨਾ ਕਰੇ ਜੋ ਧਰਮ ਕਰਦਾ। ਜੇ ਕੋਈ ਐਸਾ ਨਾਸਤਿਕ ਹੈ ਤਾਂ ਸਾਡੇ ਨਾਲ ਗੱਲ ਕਰੇ। ਇੱਕ ਸਿੱਧੂ ਸੀ, ਉਹ ਕਹਿੰਦੇ ਨਹੀਂ ਜੀ ਲਾਸ਼ ਤਾਂ ਸਾੜਦੇ ਆ ਕਿਉਂਕਿ ਫਿਰ ਪੋਲਿਊਸ਼ਨ ਨਾ ਫੈਲੇ। ਕਿ ਸਿੱਧੂ ਸਾਹਿਬ ਤੁਸੀਂ ਚੁੱਪ ਕਰ ਜਾਓ, ਤੁਸੀਂ ਨਾਸਤਿਕ ਨਹੀਂ ਹੋ ਸਕਦੇ। ਸਿੱਧੂ ਜੋ ਜਾਤ ਦਾ ਕੋਡ ਬ੍ਰਹਮਣ ਨੇ ਲਾਇਆ ਸੀ, ਉਹ ਤੁਹਾਡੇ ਨਾਮ ਨੂੰ ਚਿਮੜਿਆ ਹੋਇਆ, ਤੁਸੀਂ ਨਾਸਤਿਕ ਕਿੱਦਾਂ ਹੋ ਸਕਦੇ ਹੋ? ਥੋੜ੍ਹੀ ਚੁੱਪ ਕਰਕੇ ਫਿਰ ਮੈਂ ਕਿਹਾ ਨਹੀਂ, ਤੁਸੀਂ ਸਾਡੇ ਧਰਮੀ ਪੁਰਖਾਂ ਨਾਲੋਂ ਚੰਗੇ ਹੋ। ਤੁਸੀਂ ਘੱਟੋ ਘੱਟ ਪਾਖੰਡ ਧਰਮ ਛੱਡਤਾ ਹੈ, ਹੁਣ ਸੱਚੇ ਧਰਮ ਦੀ ਖੋਜ ਕਰੋ। ਅੱਧੇ ਰਾਹ ਚੱਲ ਪਏ ਹੋ, ਅੱਧਾ ਰਾਹ ਤੁਹਾਡਾ ਬਾਕੀ ਹੈ, ਉਹਦੀ ਖੋਜ ਕਰੋ। ਸੋ ਧਰਮ ਦੀ ਗਲਤ ਪਰਿਭਾਸ਼ਾ ਇਨਸਾਨ ਨੂੰ ਧਰਮ ਤੋਂ ਮੁਨਕਰ ਕਰ ਦਿੰਦੀ ਹੈ। ਜਦੋਂ ਕਬੀਰ ਸਾਹਿਬ ਕਹਿ ਰਹੇ ਨੇ ਕਿ ਬ੍ਰਹਮ ਬਿੰਦ ਤੇ ਸਭ ਉਤਪਾਤੀ, ਇਹ ਪੂਰੀ ਸ੍ਰਿਸ਼ਟੀ ਉਸ ਇੱਕ ਬ੍ਰਹਮ ਬਿੰਦ ਤੋਂ ਪੈਦਾ ਹੋਈ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਜੇ ਸਾਡਾ ਪਿਤਾ ਵੀ ਗੁਰਬਾਣੀ ਕਹਿੰਦੀ ਏਕ ਹੈ, ਅਸੀਂ ਸਾਰੇ ਉਹਦੇ ਬਾਰਕ ਹਾਂ, ਬੱਚੇ ਹਾਂ। ਫਿਰ ਜਾਤ ਪਾਤ ਕਿੱਥੋਂ ਆ ਗਈ? ਊਚ ਨੀਚ ਕਿੱਥੋਂ ਆ ਗਈ ਸਾਡੇ ਵਿੱਚ? ਧਰਮ ਦੀਆਂ ਵੰਡੀਆਂ ਕਿੱਥੋਂ ਆ ਗਈ ਸਾਡੇ ਵਿੱਚ? ਕਲਗੀਧਰ ਨੇ ਤੇ ਇੱਥੋਂ ਤੱਕ ਵਚਨ ਕੀਤਾ ਕਿ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ, ਨਾ ਬਾੜ ਹੈ, ਨਾ ਕਾਟ ਬਾੜ ਹੋਤ ਹੈ। ਇੱਕੋ ਹੀ ਜੋਤ ਹੈ ਜ਼ਮੀਨ ਜ਼ਮਾਨ ਵਿਖੇ, ਹਰ ਇੱਕ ਦੇ ਅੰਦਰ। ਜਿਹੜੀ ਚੂਹੇ ਦੇ ਅੰਦਰ ਹੈ ਉਹੀ ਬਿੱਲੀ ਦੇ ਅੰਦਰ ਹੈ, ਜਿਹੜੀ ਗਿੱਦੜ ਦੇ ਅੰਦਰ ਹੈ ਉਹੀ ਸ਼ੇਰ ਦੇ ਅੰਦਰ ਹੈ, ਜਿਹੜੀ ਕੀੜੀ ਦੇ ਅੰਦਰ ਉਹੀ ਹਾਥੀ ਦੇ ਅੰਦਰ ਹੈ। ਬਸ ਗਿਆਨ ਕਰਕੇ, ਚੇਤਨਾ ਕਰਕੇ ਕੌਣ ਕਿੰਨੀ ਕੁ ਜਾਗਦੀ ਹੈ, ਕਿੰਨੀ ਕੁ ਸੁੱਤੀ, ਫਰਕ ਕਰਨਾ ਹੀ ਹੈ। ਚੋਰ 'ਚ ਵੀ ਉਹੀ ਜੋਤ ਹੈ, ਸਾਧੂ ਵਿੱਚ ਵੀ ਉਹੀ ਜੋਤ ਹੈ। ਜੋਤ ਸਭ ਦੇ ਵਿੱਚ ਇੱਕ ਹੀ ਹੈ। ਚੇਤਨ ਦੇ ਸਭ ਦੇ ਵਿੱਚ ਇੱਕ ਹੀ ਹੈ ਨਾ। ਆ ਜਿਹੜੀ ਖੱਲ ਪਾਈ ਹੋਈ ਹੈ, ਇਸ ਖੱਲ ਦਾ ਹੀ ਭਰਮ ਹੈ ਵੀ ਇਹ ਖੱਲ ਕਿਹਦੇ ਘਰ ਵਿੱਚ। ਪਰ ਮਜ਼ੇ ਵਾਲੀ ਗੱਲ ਇਹ ਹੈ ਕਿ ਜਿਸ ਆਧਾਰ ਦੇ ਉੱਤੇ ਅਸੀਂ ਧਰਮ ਦੀਆਂ ਵੰਡੀਆਂ ਪਾਈਆਂ ਨੇ, ਉਹ ਕੁਛ ਦੇ ਗ੍ਰੰਥਾਂ ਦੇ ਵਿੱਚ ਹੈ ਹੀ ਨਹੀਂ ਹੈ। ਤੇ ਜੇ ਅਸੀਂ ਇਹ ਗੁਰਬਾਣੀ ਮੰਨਣ ਨੂੰ ਤਿਆਰ ਨਹੀਂ, ਫਿਰ ਸਿੱਖ ਅਸੀਂ ਕਿੱਦਾਂ? ਸਵਾਲ ਇਹ ਹੈ। ਜੇ ਗੁਰਬਾਣੀ ਦੇ ਬਾਰ-ਬਾਰ ਸਮਝਾਉਣ ਤੇ ਵੀ ਕਿ ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਅਸੀਂ ਜਾਤਾ ਪਤਾ ਤਿਆਗਣ ਨੂੰ ਤਿਆਰ ਨਹੀਂ ਹਾਂ। ਜੇ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਕਹਿਣ ਦੇ ਬਾਵਜੂਦ ਅਸੀਂ ਜਾਤਾ ਪਤਾ ਛੱਡਣ ਨੂੰ ਤਿਆਰ ਨਹੀਂ ਹਾਂ। ਜੇ ਗਰਭਵਾਸ ਮਹਿ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹਿਣ ਦੇ ਬਾਵਜੂਦ ਵੀ ਅਸੀਂ ਜਾਤਾ ਪਤਾ ਛੱਡਣ ਨੂੰ ਤਿਆਰ ਨਹੀਂ ਹਾਂ। ਜੇ ਹਿੰਦੂ ਤੁਰਕ ਕੋਈ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਕੇ ਪਹਿਚਾਨ ਬਹੁ ਦੇ ਬਾਵਜੂਦ ਵੀ ਅਸੀਂ ਜਾਤਾ ਪਤਾ ਨੂੰ ਛੱਡਣ ਨੂੰ ਤਿਆਰ ਨਹੀਂ ਹੈ। ਜੇ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾੜ ਹੈ, ਨਾ ਬਾੜ ਹੈ, ਨਾ ਕਾੜ ਬਾੜ ਹੋਤ ਹੈ, ਸੁਣ ਕੇ ਵੀ ਸਾਡੇ ਅੰਦਰ ਜਾਤਾ ਪਾਤਾਂ ਦਾ ਭਰਮ ਨਹੀਂ ਜਾਂਦਾ। ਤੇ ਫਿਰ ਸਾਡੇ ਵਿੱਚ ਤੇ ਹਿੰਦੂ 'ਚ ਕੀ ਫਰਕ ਹੈ? ਜਿਹੜਾ ਸੁਣਦਾ ਹੈ ਕਿ ਚਾਤੁਰ ਵਰਣੇ ਮਾਇਆ ਸਿਸਟਮ ਹੁਣ ਕਰਮ ਵਿਭਾਗ ਸ਼ਾ, ਤੇ ਫਿਰ ਜਾਤਾ ਪਤਾ ਹੀ ਫਸਿਆ ਹੈ। ਜਿਹੜਾ ਸੁਣਦਾ ਹੈ ਕਿ ਜਨਮ ਨਾ ਜਾਏ ਤੇ ਸ਼ੂਦਰ ਸੰਸਕਾਰ ਦੂਜੇ ਉੱਚੇ, ਤੇ ਫਿਰ ਵੀ ਉਹ ਜਾਤਾ ਪਾਤਾਂ ਨੂੰ ਮੰਨਦਾ ਹੈ। ਤੇ ਫਿਰ ਇੱਕ ਸਿੱਖ ਦੇ ਵਿੱਚ ਹਿੰਦੂ 'ਚ ਫਰਕ ਹੀ ਰਹਿ ਗਿਆ। ਦੋਵੇਂ ਦੇ ਵਿਗੜੇ ਨੇ ਧਰਮ ਤੋਂ। ਨਾ ਉਹ ਆਪਣਾ ਗ੍ਰੰਥ ਮੰਨਦਾ, ਨਾ ਇਹ ਆਪਣਾ ਗ੍ਰੰਥ ਮੰਨਦਾ। ਸਾਡੇ ਕੋਲ ਤਾਂ ਪ੍ਰਮਾਣ ਹੀ ਬਹੁਤ ਨੇ। ਅਸੀਂ ਸਿਰਫ ਮਾਤ ਗਰਭ ਦੀ ਗੱਲ ਨਹੀਂ ਕਰਦੇ। ਦੇਖੋ, ਅਸੀਂ ਗੱਲ ਕਰਦੇ ਹਾਂ ਸਮੁੱਚੇ ਬ੍ਰਹਿਮੰਡ ਦੀ, ਸਮੁੱਚੀ ਕਾਇਨਾਤ ਦੀ, ਕਿ ਸਮੁੱਚੀ ਕਾਇਨਾਤ ਉਸ ਬ੍ਰਹਮ ਬਿੰਦ ਤੋਂ ਪੈਦਾ ਹੋਈ ਹੈ, ਚਾਹੇ ਕਿਸੇ ਵੀ ਧਰਤੀ ਤੇ ਹੋਵੇ, ਚਾਹੇ ਕਿਸੇ ਵੀ ਪਲੈਨਟ ਤੇ ਹੋਵੇ।
सारे इक्को ही बिंद तो पैदा हुए ने। फिर कौन भले को मंदे, कौन चंगा है कौन माड़ा है, फिर क्यों पिंडां 'च गुरुद्वारे 2-2 3-3, क्यों जातां पातां दा मसला है, क्यों अमृत वंडे होए ने असीं लोकां ने। अक्सर जिहड़ी बेनती करदा कि गुरु ग्रंथ साहिब दा प्रचार हर जगह नहीं हो सकदा, संप्रदा वेखणी पैंदी है, उन्हां दी मनौत वेखणी पैंदी है, किन्ना कुछ मनदे ने किन्ना कुछ नहीं मनदे सब देखना पैंदा, तां जाके देखीदा भी हुण इत्थे किहड़ी गल करनी है। ये मजबूरी है प्रचारक दी, क्योंकि जिहड़ा प्रचारक है रोटी खानी है उन्हें। जदों धर्म धंधा बनता है तो धर्म च विगाड़ आ जाता है। माया कारण विद्या बेचो जन्म अबिरथा जाई, गुरबाणी का फरमान है भी जिहड़ा घंटा बदी सी प्रचार वेचदे ना भी आवांगा 1 घंटा की दोगे मैनू, मैं तो इन्ने लवांगा, पोस्टर भी लगना चाहिए, टिकट भी चाहिए है, तां आवांगा। जदों माया कारण ये विद्या वेचनी है फिर गिरावट तो आनी है ना धर्म दे विच। जब धर्म च गिरावट आएगी धर्म च विगाड़ पैदा होणगे, जिहड़े विगाड़ ने वो मनुखता वास्ते हानिकारक ने। गुरु ग्रंथ साहिब महाराज जी ने तो सारे संसार नूं अपने कलावे च लैना सी, पर असीं ते गुरबाणी दे ही हिस्से करके बह गए हैं। इन्ना कि मैं मनना है, इन्ना कि तू मन। संपूर्णता दे विच जद तक गुरु ग्रंथ साहिब महाराज जी दे के नतमस्तक नहीं हुंदे, भाव समर्पण नहीं करते, भाव नहीं मानते, सिख होने का भरम सिर्फ भरम बन के रह जाएगा, सिख हो नहीं सकांगे असीं, क्योंकि गुरबाणी तो मनने नूं तैयार नहीं है ना असीं। चाहे बार बार पढ़ाई जाओ, बार बार पढ़ाई जाओ कि मानुख जिहड़ा है उस ब्रह्म बिंद तो पैदा होया है हर किस्म का। और बार बार समझाई जाओ पढ़ाई जाओ, पर कौन समझदा है कौन मनदा है। सो कबीर साहब जिहड़े थे कहंदे कि ब्रह्म बिंद ते सब उत्पत्ति, एक नूर ते सब जग उपजा कौन भले को मंदे। या कलगीधर कहते हैं कि ज़मीं ज़बान के बिखे समस्त एक जोत है न काट है, न बाढ़ है न काट बाढ़ होता है। पर की अज मनन नूं तैयार जिहड़ा भरम पालिया ना किसी सिख, आने वाले समय दे विच सारे भरम टुटणगे, तकलीफ तो होएगी, दर्द भी होएगी, गुस्सा भी आएगा, पर सच्चे मन नाल देखोगे तो मन के अंदर ये शंके उतर जाएंगे सिख होने दे, भरम टुट जाएगा सिख होने का, भुलेखा उतर जाएगा सिख होने का। इस तरह असीं एक एक पंक्ति आराम दे नाल, बड़े विस्तार दे नाल, प्यार दे नाल समझनी है।